ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਇਸ ਸਮੇਂ ਜੋ ਇੰਟਰਨੈਸ਼ਨਲ ਟਰੈਵਲ ਨੂੰ ਲੈ ਕੇ ਕੈਨੇਡਾ ਸਰਕਾਰ ਦੇ ਵੱਲੋਂ ਵੱਖੋ ਵੱਖਰੀਆਂ ਹਦਾਇਤਾਂ ਵੀ ਲਾਈਆਂ ਗਈਆਂ ਨੇ ਤੇ ਫੈਸਲੇ ਲਏ ਜਾ ਰਹੇ ਨੇ। ਇਸ ਦੇ ਨਾਲ ਹੀ ਕੈਨੇਡਾ ਵਿੱਚ ਪਹਿਲਾਂ ਤੋਂ ਜੋ ਵਰਕ ਪਰਮਿਟ ਦੇ ਉੱਤੇ ਮੌਜੂਦ ਨੇ, ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ, ਜਿਨ੍ਹਾਂ ਦੇ ਵੱਲੋਂ ਪੱਕੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਉਸ ਨਾਲ ਸੰਬੰਧਿਤ ਤੇ ਇਸ ਸਮੇਂ ਕੈਨੇਡਾ ਸਰਕਾਰ ਦੇ ਵੱਲੋਂ ਵੱਖੋ ਵੱਖਰੇ ਜੋ ਹੋਰ ਐਲਾਨ ਕੀਤੇ ਗਏ ਨੇ। ਖਾਸ ਤੌਰ ਦੇ ਉੱਤੇ ਜੋ 11 ਮਾਰਚ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਮਨਾਉਣ ਦੀ ਗੱਲ ਕਹੀ ਗਈ ਹੈ, ਜਿਨ੍ਹਾਂ ਦੀ COVID-19 ਦੇ ਕਰਕੇ ਜਾਨ ਗਈ। ਕਿਉਂਕਿ ਅੱਜ ਦਾ ਉਹ ਦਿਨ ਹੈ ਜਦੋਂ 1 ਸਾਲ ਪੂਰਾ ਹੋ ਗਿਆ ਕਿ ਕੈਨੇਡਾ ਵਿੱਚ COVID-19 ਦੇ ਕਰਕੇ ਪਹਿਲੀ ਜਾਨ ਗਈ ਸੀ। ਤਾਂ ਜੋ 1 ਸਾਲ ਤੋਂ ਬਾਅਦ ਹੁਣ ਤੱਕ 22,000 ਦੇ ਕਰੀਬ COVID-19 ਦੇ ਕਰਕੇ ਮੌਤਾਂ ਕੈਨੇਡਾ ਭਰ ਵਿੱਚ ਹੋ ਚੁੱਕੀਆਂ ਨੇ। ਇਹਨਾਂ ਸਭ ਵਿਸ਼ਿਆਂ ਦੇ ਉੱਤੇ ਅੱਜ MP ਰਣਦੀਪ ਸਰਾਏ ਨਾਲ ਅਸੀਂ ਗੱਲਬਾਤ ਕਰਾਂਗੇ। ਉਹਨਾਂ ਦਾ ਇਸ ਦੇ ਉੱਤੇ ਕੀ ਕਹਿਣਾ ਤੇ ਕੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਜਾਂਦੀ ਹੈ, ਉਸ ਦੇ ਬਾਰੇ ਜਾਣਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ PNCN ਦੇ ਉੱਤੇ ਆਉਣ ਲਈ ਧੰਨਵਾਦ। ਥੈਂਕ ਯੂ। ਔਰ ਤੁਹਾਡੇ ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਦੁਬਾਰਾ ਮੌਕਾ ਦਿੱਤਾ ਜੀ। ਤੇ ਸਭ ਤੋਂ ਪਹਿਲਾਂ ਤਾਂ ਜਿਹੜੇ ਇੰਟਰਨੈਸ਼ਨਲ ਟਰੈਵਲਰਸ ਦੇ ਵਾਸਤੇ ਨਵੀਆਂ ਹਦਾਇਤਾਂ ਲੱਗੀਆਂ, ਉਸ ਦੇ ਵਿੱਚ ਹੋਟਲ ਕੁਆਰੰਟੀਨ ਦੀ ਹਦਾਇਤ ਹੈ, ਉਹ ਲਾਗੂ ਤਾਂ ਕਰ ਦਿੱਤੀ ਗਈ ਹੈ, ਪਰ ਫਿਰ ਵੀ ਯਾਤਰੀਆਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਖੋ, ਅਸੀਂ ਸਭ ਤੋਂ ਪਹਿਲਾਂ ਤਾਂ ਰਿਕੁਐਸਟ ਪ੍ਰਾਈਮ ਮਿਨਿਸਟਰ ਨੇ ਇਹ ਕੀਤੀ ਹੈ ਕਿ ਜਿਹੜੇ ਟਰੈਵਲ ਤੁਸੀਂ ਬਿਲਕੁਲ ਨਾ ਕਰੋ। ਸੋ ਜਿਹੜੇ ਆਪਾਂ ਵਿਆਹ ਸ਼ਾਦੀਆਂ ਲਈ ਜਾ ਰਹੇ ਹਾਂ ਇੰਡੀਆ ਨੂੰ, ਜਾਂ ਹੋਰ ਨਾਨ ਅਸੈਂਸ਼ੀਅਲ ਜਿਹੜਾ ਟਰੈਵਲ ਆ, ਅਸੀਂ ਉਹਨੂੰ ਲਿਮਿਟ ਕਰਨਾ ਚਾਹੀਦਾ। ਸੋ ਕਿਉਂਕਿ ਬਹੁਤ ਵੱਡੀ ਪ੍ਰੋਬਲਮ ਮੁਸ਼ਕਿਲ ਇਹ ਆ ਰਹੀ ਹੈ ਕਿ ਡਿਫਰੈਂਟ ਵੇਰੀਐਂਟਸ, ਡਿਫਰੈਂਟ ਵਾਇਰਸਾਂ ਆ ਰਹੀਆਂ ਕੈਨੇਡਾ 'ਚ ਆਲਰੇਡੀ। ਜਿਹੜੀ ਬ੍ਰਾਜ਼ੀਲ ਦੀ ਵੇਰੀਐਂਟ ਆ, ਸਾਊਥ ਅਫਰੀਕਾ ਦੀ ਵੇਰੀਐਂਟ ਆ, ਪਲੱਸ ਜਿਹੜੀ ਇੰਗਲੈਂਡ ਦੀ ਵੇਰੀਐਂਟ ਆ ਚੁੱਕੀ ਆ, ਔਰ ਆਪਣੇ ਸਕੂਲਾਂ ਦੇ ਬੱਚੇ ਬੜੀ ਟੋਲ ਕਰ ਰਹੀ ਹੈ। ਔਰ ਡੈਥ ਰੇਟ ਵੀ ਅੱਜ ਈਵਨ ਤੁਸੀਂ ਪ੍ਰੋਵਿੰਸ ਪੜ੍ਹਿਆ ਹੋਊਗਾ ਕਿ ਲਾਸਟ ਈਅਰ ਵਾਕਿਆ ਹੀ ਜਿਹੜਾ BC ਦਾ ਡੈਥ ਰੇਟ ਉਹ ਵਧਿਆ। ਸੋ ਉਹ ਕੋਵਿਡ ਕਰਕੇ ਹੋਇਆ। ਸੋ ਸਾਨੂੰ ਪਰਹੇਜ਼ ਰੱਖਣਾ ਚਾਹੀਦਾ। ਹਜੇ ਵੀ ਜਸਟ ਬਿਕਾਜ਼ ਵੈਕਸੀਨ ਨਿਕਲ ਗਈ ਆ ਔਰ ਵੈਕਸੀਨ ਲੱਗਣ ਲੱਗ ਪਈ, ਇਹ ਨਹੀਂ ਮੀਨ ਕਿ ਅਸੀਂ ਓਪਨਲੀ ਜਾ ਕੇ ਟਰੈਵਲ ਕਰੀਏ। ਸੋ ਉਹਨੂੰ ਕੰਟਰੋਲ ਕਰਨ ਵਾਸਤੇ ਪਹਿਲਾਂ ਕੀਤਾ ਸੀ ਤਾਂ ਵੋਲੰਟਰੀ ਕੁਆਰੰਟੀਨ ਕਿ ਆਪਣੇ ਘਰਾਂ 'ਚ ਹੀ ਜਾ ਕੇ ਕਰੋ। ਉਹਦੇ ਵਿੱਚ ਇਹ ਨਹੀਂ ਦੇਖਿਆ ਕਿ ਲੋਕ ਨਹੀਂ 100% ਕਰਦੇ ਸੀ, ਔਰ ਉਹਨਾਂ ਦੇ ਵਿੱਚ ਈਵਨ ਜੇ 1 ਜਾਂ 2% ਵੀ ਬਰੀਚ ਕਰਦੇ ਸੀਗੇ ਤਾਂ ਉਹਦੇ ਨਾਲ ਸਪਰੈਡ ਫੋਰਨ ਵੇਰੀਐਂਟਸ ਦੇ ਨਾਲ ਹੋਣ ਲੱਗ ਪਿਆ। ਫਿਰ ਇਹਨੇ ਇਹ ਵੀ ਟਰਾਈ ਕੀਤਾ ਕਿ ਤੁਸੀਂ ਟੈਸਟ ਕਰਕੇ ਆਓ, ਟੈਸਟ ਆਉਂਦੇ ਸਾਰ ਫੇਰ ਕਰੋ, ਤੁਸੀਂ ਲੈਂਡ ਕਰਦੇ ਹੋ। ਉਹਦੇ 'ਚ ਵੀ ਦੇਖਿਆ ਇਹਨੇ 1 to 2% ਫੇਰ ਵੀ ਲੰਘ ਜਾਂਦੇ ਸੀਗੇ। ਈਚ ਫਲਾਈਟ 'ਤੇ 1 to 3% ਔਨ ਐਵਰੇਜ ਕੋਵਿਡ ਲੈ ਕੇ ਆ ਜਾਂਦੇ ਸੀ। ਉਹਦੇ ਨਾਲ ਖਾਸ ਕਰਕੇ ਵੇਰੀਐਂਟ, ਜੇ ਆਪਾਂ ਸਾਲ ਦੇ ਵਿੱਚ ਕਿਉਂ 3 ਵੇਰੀਐਂਟ ਤਾਂ ਸਾਨੂੰ ਪਤਾ ਲੱਗ ਗਿਆ, ਹੋਰ ਪਤਾ ਨਹੀਂ ਕਿੰਨੇ ਹੋਣਗੇ ਜਿਹੜੇ ਆ ਸਕਦੇ। ਉਹਨਾਂ ਨੂੰ ਬਚਾਅ ਕਰਨ ਵਾਸਤੇ ਅਸੀਂ ਇਹ ਕੁਆਰੰਟੀਨ ਦੀ ਰਿਕੁਆਇਰਮੈਂਟ ਕੀਤੀ ਗਈ ਕਿ 3 ਦਿਨ ਘੱਟੋ ਘੱਟ ਤੁਸੀਂ ਹੋਟਲ ਦੇ ਵਿੱਚ, ਜਿੱਥੇ ਤੁਸੀਂ ਸਿਕਿਉਰਿਟੀ ਹੈਗੀ, ਤੁਹਾਡਾ ਖਾਣਾ ਉੱਥੇ। ਹਾਂ, ਇਹ ਜ਼ਰੂਰ ਹੈ ਕਿ ਪਹਿਲੇ ਗਰੋਇੰਗ ਪੇਨਸ ਉਹ 'ਚ ਹੈਗੀਆਂ, ਮੁਸ਼ਕਿਲਾਂ ਆਈਆਂ ਉਹਨਾਂ ਦੇ ਵਿੱਚ। ਉਹਨਾਂ ਨੂੰ ਸ਼ਾਇਦ ਇੰਨਾ ਲੋਡ ਡੀਲ ਕਰਨ ਲਈ ਔਖਾ ਹੋਇਆ, ਟੈਲੀਫੋਨ ਲਾਈਨਾਂ ਵੀ ਓਵਰਵੈਲਮ ਹੋ ਗਈਆਂ। ਪਰ ਅਸੀਂ ਆਸ ਕਰਦੇ ਕਿ ਉਹ ਸਾਰੇ ਜਿੰਨੇ ਕਿੰਕ ਆ ਜਾਂ ਜਿੰਨੇ ਰੁਕਾਵਟਾਂ ਆਈਆਂ ਉਹ ਹੱਲ ਕੀਤੀਆਂ ਗਈਆਂ ਹੋਣਗੀਆਂ। ਜੀ, ਉਸ ਦੇ ਉੱਤੇ ਹੁਣ ਔਨਲਾਈਨ ਬੁਕਿੰਗ ਦੀ ਆਪਸ਼ਨ ਵੀ ਖੁੱਲ੍ਹ ਗਈ ਹੈ, ਕਈ ਹੋਟਲਸ ਵੱਲੋਂ ਦਿੱਤੀ ਜਾ ਰਹੀ ਹੈ। ਪਰ ਜਿਵੇਂ ਤੁਸੀਂ ਕਿਹਾ ਕਿ ਗੈਰ ਜ਼ਰੂਰੀ ਟਰੈਵਲ ਨਾ ਕੀਤਾ ਜਾਵੇ, ਪਰ ਕਈਆਂ ਨੂੰ ਮਜਬੂਰੀ 'ਚ ਕਰਨਾ ਪੈਂਦਾ ਹੈ, ਕਿਉਂਕਿ ਜਦੋਂ ਤੋਂ ਹੋਟਲ ਕੁਆਰੰਟੀਨ ਦੀ ਹਦਾਇਤ ਲਾਗੂ ਹੋਈ ਹੈ, ਏਅਰਲਾਈਨਸ ਦੇ ਵੱਲੋਂ ਵੀ ਰਿਪੋਰਟ ਦਿੱਤੀ ਗਈ ਹੈ ਕਿ ਪਹਿਲਾਂ ਨਾਲੋਂ ਇੰਟਰਨੈਸ਼ਨਲ ਯਾਤਰੀਆਂ ਦੀ ਗਿਣਤੀ ਘਟੀ ਹੈ ਜੋ ਅਰਾਈਵਲਸ ਨੇ ਕੈਨੇਡਾ ਦੇ ਵਿੱਚ। ਪਰ ਇਸ ਦੇ ਨਾਲ ਹੀ ਜਿਵੇਂ ਕਿ ਟੋਰਾਂਟੋ ਤੋਂ ਫੈਮਿਲੀ ਨੇ ਆਪਣੀ ਉਦਾਹਰਨ ਸਾਂਝੀ ਕੀਤੀ ਕਿ ਉਹ ਆਪਣੀ ਫਾਦਰ ਦੀ ਫਨਰਲ ਦੇ ਕਰਕੇ ਗਏ, ਉਹ ਮਜਬੂਰੀ ਹੈ। ਪਰ ਉਹਨਾਂ ਨੂੰ ਜਿਵੇਂ 3 ਦਿਨ ਦੇ ਵਾਸਤੇ ਉਹਨਾਂ ਨੇ ਪੇ ਕੀਤਾ ਤਾਂ ਉਹਨਾਂ ਦੀ ਫੈਮਿਲੀ ਦੇ ਵਾਸਤੇ $3,700 ਤੋਂ ਵੱਧ ਦਾ ਬਿੱਲ ਬਣ ਗਿਆ, ਜਦ ਕਿ ਉਹਨਾਂ ਦੀ ਰਿਪੋਰਟ 24 ਘੰਟੇ ਬਾਅਦ ਆ ਗਈ ਸੀ ਅਤੇ 2 ਦਿਨ ਦਾ ਜਿਹੜਾ ਐਕਸਟਰਾ ਉਹਨਾਂ ਨੇ ਪੇ ਕੀਤਾ ਉਹ ਰਿਫੰਡ ਨਹੀਂ ਹੋ ਰਿਹਾ। ਉਸ ਦੇ ਉੱਤੇ ਤਾਂ ਹੋ ਸਕਦਾ ਕੁਛ? ਹਾਂ, ਦੇਖੋ, ਉਹ ਕਿਉਂਕਿ ਜਦੋਂ ਤੁਸੀਂ ਆਪਾਂ ਲੈਂਡ ਕਰਦੇ ਹਾਂ, ਆਪਾਂ ਟੈਸਟ ਕਰਦੇ ਹਾਂ, ਤੁਹਾਡਾ ਜਿਹੜਾ ਬੇਸਿਕਲੀ 3-4 ਦਿਨ ਪਹਿਲਾਂ ਦਾ ਜਿਹੜਾ ਤੁਹਾਡਾ ਰਿਸੈਪਟਿਵਨੈਸ ਤੁਹਾਡੀ ਵਾਇਰਸ ਦਾ, ਮੈਂ ਸਾਇੰਟਿਸਟ ਤਾਂ ਨਹੀਂ ਹੈਗਾ, ਪਰ ਉਹਦੇ ਉੱਤੇ ਕੀਤਾ ਜਾਂਦਾ। ਸੋ ਇਸ ਕਰਕੇ ਨਹੀਂ 3 ਡੇ ਦੀ ਤਦੇ ਰਿਕੁਆਇਰਮੈਂਟ ਕੀਤੀ ਹੈ, ਕਿਉਂਕਿ ਕਈ ਚੀਜ਼ ਜਦੋਂ ਤੁਸੀਂ ਟਰੈਵਲ ਕਰਦੇ ਆ ਫਲਾਈਟ ਦੇ ਵਿੱਚ, ਏਅਰਪੋਰਟ 'ਤੇ ਵੀ, ਈਵਨ ਜਦੋਂ ਤੁਸੀਂ ਜਾਂਦੇ ਆ, ਈਵਨ ਟੈਕਸੀ ਦੇ ਵਿੱਚ ਵੀ ਜਾਂਦੇ ਆ, ਤੁਹਾਡਾ ਚਾਂਸ ਹੈਗਾ ਸਪਰੈਡ ਹੋਣ ਦਾ। ਇਸ ਕਰਕੇ ਉਹ ਮਿਨੀਮਮ 3 ਡੇਜ਼ ਤੋਂ ਆ ਕੇ ਤੁਹਾਡੇ ਸਿੰਪਟਮ ਸ਼ੋ ਹੋਣ ਲੱਗ ਪਣ, ਉਹ ਤਾਂ ਕਰਕੇ ਰੱਖਦੇ ਆ। ਇਹ ਅਸੀਂ ਹੈਲਥ ਅਥਾਰਟੀਜ਼ ਤੋਂ ਇੰਸਟਰਕਸ਼ਨ ਲੈਂਦੇ ਆ, ਚੀਫ ਮੈਡੀਕਲ ਆਫਿਸਰ ਤੋਂ ਲੈਂਦੇ, ਜਿਹੜੇ ਡਾਕਟਰਸ ਆ ਉਹ ਦਿੰਦੇ ਸਾਨੂੰ ਇੰਸਟਰਕਸ਼ਨਸ। ਇਹ ਕੋਈ ਪੋਲੀਟੀਕਲੀ ਮੋਟੀਵੇਟਡ ਨਹੀਂ ਇੰਸਟਰਕਸ਼ਨਸ ਹੈਗੀਆਂ। ਉਹ ਸਾਡਾ, ਜੇ ਤੁਸੀਂ ਪੋਲੀਟੀਕਲੀ ਸੋਚ ਜਾਵੇ, ਸਾਡਾ ਤਾਂ ਜ਼ਿਆਦਾ ਇਨਸੈਂਟਿਵ ਹੈ ਕਿ ਅਸੀਂ ਇਕੋਨਮੀ ਨੂੰ ਖੋਲ੍ਹੀਏ, ਫਲਾਈਟਾਂ ਮੁੜ ਕੇ ਰਿਜ਼ਿਊਮ ਕਰੀਏ, ਟੂਰਿਜ਼ਮ ਸੈਕਟਰ ਨੂੰ ਵਧਾਈਏ, ਔਰ ਆਸ ਕਰਦੇ ਹਾਂ ਕਿ ਅਸੀਂ ਜਿੰਨਾ ਜਲਦੀ ਅਸੀਂ ਕੰਟਰੋਲ ਕਰ ਲਈਏ ਕੋਵਿਡ ਨੂੰ, ਅਸੀਂ ਮੁੜ ਕੇ ਜਿਹੜਾ ਚੰਗਾ ਖੁਸ਼ਹਾਲ ਮਾਹੌਲ ਅੱਗੇ ਹੁੰਦਾ ਸੀਗਾ ਟਰੈਵਲ ਕਰਨ ਵਾਸਤੇ, ਉਹਦੇ 'ਤੇ ਮੁੜ ਕੇ ਆਈਏ। ਤੇ ਫਿਰ ਇਹ ਹਦਾਇਤ ਕਦੋਂ ਤੱਕ ਐਸਟੀਮੇਟ ਕੀਤਾ ਜਾ ਰਿਹਾ ਕਿ ਲਾਗੂ ਰਹੇਗੀ? ਇਹ ਦੇਖੋ, ਜਿੰਨਾ ਚਿਰ ਅਸੀਂ ਕੋਵਿਡ ਨੂੰ ਕੰਟਰੋਲ ਡੋਮੈਸਟਿਕਲੀ ਨਹੀਂ ਕਰਦੇ ਔਰ ਇੰਟਰਨੈਸ਼ਨਲੀ ਜਿਹੜੇ ਕੰਟਰੀਆਂ ਤੋਂ ਫਲਾਈਟਾਂ ਆਉਂਦੀਆਂ ਕੰਟਰੋਲ ਨਹੀਂ ਹੁੰਦੀਆਂ, ਪਲੱਸ ਸਾਡੀ ਪਾਪੂਲੇਸ਼ਨ ਵੈਕਸੀਨੇਸ਼ਨ ਸਰਟਨ ਲੈਵਲ ਤੱਕ ਨਹੀਂ ਪਹੁੰਚਦੀ, ਉਹਨਾਂ ਚਿਰ ਇਹ ਰਹਿਣਗੀਆਂ। ਜੀ। ਤੇ ਫਿਰ ਹੁਣ ਗੱਲ ਆਉਂਦੀ ਹੈ ਉਸ ਪਟੀਸ਼ਨ ਦੇ ਬਾਰੇ ਜੋ ਇੱਥੇ ਵਰਕ ਪਰਮਿਟ ਦੇ ਉੱਤੇ ਨੇ ਲੰਮੇ ਚਿਰ ਤੋਂ ਸੰਘਰਸ਼ ਕਰ ਰਹੇ ਨੇ, ਉਹਨਾਂ ਦੇ ਵਾਸਤੇ ਤੁਸੀਂ ਵੀ ਅੱਗੇ ਅਗਵਾਈ ਕਰ ਰਹੇ ਹੋ। ਉਹ
ਪੂਰਾ ਉਸ ਦੇ ਬਾਰੇ ਤੁਸੀਂ ਜਾਣਕਾਰੀ ਦੇ ਦੋਗੇ ਕੀ ਹੈ? ਸ਼ੋਰ ਦੇਖੋ ਉਹਨਾਂ ਦੀ ਪਟੀਸ਼ਨ ਹੁਣ ਇਸ ਮਹੀਨੇ ਦੇ ਤਕਰੀਬਨ ਉਹਨਾਂ ਦੀ ਡੈਡਲਾਈਨ ਹੈ ਕਿ ਜਿੰਨੇ ਵਿਅਕਤੀ ਸਾਈਨ ਕਰਨੇ ਆ ਜੂਗੀ ਤਾਂ ਫਿਰ ਉਹ ਮਿਨਿਸਟਰ ਦੇ ਮੋਹਰੇ ਜਾਊਗੀ ਔਰ ਉਹਨਾਂ ਨੂੰ ਜਵਾਬ ਉੱਤੇ ਦੇਣਾ ਪਊਗਾ। ਉਹਨਾਂ ਦਾ ਮੇਨ ਗੋਲ ਇਹ ਹੈਗਾ ਕਿ ਅਸੀਂ ਜਿਹੜੇ ਟੈਂਪਰੇਰੀ ਫੋਰਨ ਵਰਕਰ ਖਾਸ ਕਰਕੇ ਲੋ ਸਕਿਲਡ ਵਰਕਰ ਹੈਗੇ ਆ, ਫਾਰਮਾਂ ਦੇ ਵਿੱਚ ਕੰਮ ਕਰਦੇ ਜਾਂ ਕਾਰਪੈਂਟਰ ਜਾਂ ਹੋਰ ਸਕਿਲਡ ਆ, ਇਹਨਾਂ ਨੂੰ ਈਜ਼ੀਅਰ ਪੁਆਇੰਟ ਸਿਸਟਮ ਦਿੱਤਾ ਜਾਵੇ ਜਾਂ ਐਸੈਂਸ਼ੀਅਲ ਦੇ ਕਿਉਂਕਿ ਨਹੀਂ ਕੰਮ ਕੋਵਿਡ ਵੇਲੇ ਕੀਤਾ, ਇਹਨਾਂ ਨੂੰ ਕੋਈ ਥੋੜ੍ਹੀ ਗੁੰਜਾਇਸ਼ ਦੇ ਕੇ ਇਹਨਾਂ ਨੂੰ ਪੱਕੇ ਕੀਤਾ ਜਾਵੇ, ਇਹਨਾਂ ਨੂੰ PR ਦਿੱਤੀ ਜਾਵੇ। ਔਰ ਅਸੀਂ ਪ੍ਰਾਈਮ ਮਿਨਿਸਟਰ ਨੇ ਵੀ ਇਮੀਗ੍ਰੇਸ਼ਨ ਮਿਨਿਸਟਰ ਨੂੰ ਮੈਂਡੇਟ ਦਿੱਤੀ ਆਪਣੇ ਲੈਟਰ ਦੇ ਵਿੱਚ ਕਿ ਤੁਸੀਂ ਇਹਨਾਂ ਵਿਅਕਤੀਆਂ ਨੂੰ ਜਿਹੜੇ ਆਲਰੇਡੀ ਇਨ ਕੈਨੇਡਾ ਹੈਗੇ, ਕੰਮ ਕਰ ਰਹੇ ਹੈਗੇ, ਟੈਕਸ ਪੇ ਕਰ ਰਹੇ, ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦੇਖ ਕੇ ਇਹਨਾਂ ਦੀ ਸਹਾਇਤਾ ਕਰੋ। ਔਰ ਆਲਰੇਡੀ ਆਪਾਂ ਦੇਖਿਆ ਕਿ ਇੱਕ ਸਟਾਈਲ 27,000 ਜਿਹੜਾ ਆਲਰੇਡੀ ਕਲਾਸ ਲੋ ਪੁਆਇੰਟ ਕਰਕੇ ਉਹਨਾਂ ਨੂੰ ਸਹਾਇਤਾ ਕੀਤੀ ਗਈ। ਇਸੇ ਤਰ੍ਹਾਂ ਨਾਲ ਦੀ ਨਾਲ ਗੋਲ ਹੈਗਾ ਕਿ ਜਿਹੜੇ ਇਹ ਸਕਿਲਡ ਵਰਕਰ ਹੈਗੇ, ਜਿਹੜੇ ਲੋਅਰ ਸਕਿਲਡ ਕੈਟਾਗਰੀ, ਇਹਨਾਂ ਨੂੰ ਵੀ ਇਮੀਗ੍ਰੇਸ਼ਨ ਮਿਨਿਸਟਰ ਕੋ ਕਾਰਡ ਕੱਢ ਕੇ ਜਾਂ ਪ੍ਰੋਗਰਾਮ ਕੱਢ ਕੇ ਇਹਨਾਂ ਵਾਸਤੇ ਵੀ ਕੋਈ ਪ੍ਰੋਗਰਾਮ ਕਰੂਗੇ। ਜੀ ਬਿਲਕੁਲ, ਜਿਵੇਂ ਕਿ ਇਹਨਾਂ ਵੱਲੋਂ ਪਟੀਸ਼ਨ ਤੇ ਦਸਤਖਤ ਕਰਵਾਏ ਜਾ ਰਹੇ ਨੇ, ਉਹਨਾਂ ਤੋਂ ਜਿਹੜੇ ਕਿ ਇਸ ਸਮੇਂ ਜੋ ਸਿਟੀਜ਼ਨ ਨੇ, ਜੇ PR ਨੇ, ਤੇ ਕਈ ਹਜ਼ਾਰ ਤੋਂ ਵੱਧ ਦਸਤਖਤ ਹੋ ਵੀ ਚੁੱਕੇ ਨੇ, ਤੇ ਫਿਰ ਅੱਗੇ ਕੀ ਲੱਗਦਾ ਕਿ ਇਸ ਦੇ ਉੱਤੇ ਇੱਕ ਪੋਜ਼ਿਟਿਵ ਰਿਸਪੌਂਸ ਆਵੇਗਾ? ਦੇਖੋ ਪੋਜ਼ਿਟਿਵ ਤਾਂ ਆਲਰੇਡੀ ਜਿਹੜਾ ਪ੍ਰਾਈਮ ਮਿਨਿਸਟਰ ਨੇ ਆਲਰੇਡੀ ਮੈਂਡੇਟ ਲੈਟਰ ਇਮੀਗ੍ਰੇਸ਼ਨ ਮਿਨਿਸਟਰ ਨੂੰ ਦਿੱਤੀ ਆ, ਔਰ ਜਿਹੜਾ ਆਪਾਂ ਐਕਸ਼ਨਸ ਆਲਰੇਡੀ ਦੇਖਿਆ 27,000 ਦੇ ਨਾਲ ਆਲਰੇਡੀ ਡਾਇਰੈਕਸ਼ਨ ਜਿਹੜੀ ਪੋਜ਼ਿਟਿਵ ਡਾਇਰੈਕਸ਼ਨ ਜਾ ਰਹੀ ਹੈ। ਸੋ ਬਾਕੀ ਉਹ ਦੇਖਣਗੇ ਵੀ ਕਿੰਨੇ ਵਿਅਕਤੀ ਹੈਗੇ ਕੈਨੇਡਾ ਦੇ ਵਿੱਚ, ਇਹਨਾਂ ਦੇ ਐਗਜ਼ਿਸਟਿੰਗ ਪੈਥਵੇਜ਼ ਟੂ ਸਿਟੀਜ਼ਨਸ਼ਿਪ ਕੀ ਹੈਗੇ, ਕਿਹੜੇ ਪੈਥਵੇਜ਼ ਅਸੀਂ ਖੋਲ੍ਹ ਸਕਦੇ ਹਾਂ, ਉਹਨਾਂ ਨੂੰ ਦੇਖਦੇ ਹੋਏ ਪਲੱਸ ਸਾਡਾ ਇੰਪਲੋਇਮੈਂਟ ਲੈਵਲ, ਅਨਐਮਪਲੋਇਮੈਂਟ ਕਿਹੜੀ ਕੈਟਾਗੋਰੀਆਂ 'ਚ ਅਪ ਆ ਜਾਂ ਡਾਊਨ ਹੈ, ਇਹ ਸਾਰਿਆਂ ਨੂੰ ਦੇਖਦਿਆਂ ਹੋਇਆ ਉਹਨੀ ਇਹ ਡਿਸੀਜਨ ਇੱਥੇ ਬਣਾਉਣਗੇ। ਪਰ ਸਾਡਾ ਗੋਲ ਹੈ ਕਿ 4,01,000 ਇਮੀਗ੍ਰੈਂਟ ਇਸ ਸਾਲ ਲਿਆਉਣਾ, ਉਹਦੇ ਵਿੱਚ ਹੀ ਇਹ ਪੂਲ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਵੀ ਨਾਲ ਹੈਲਪ ਕਰੀਏ। ਜਿਵੇਂ ਕਿ ਅੱਜ ਦਾ ਦਿਨ ਸੀ ਪਿਛਲੇ ਸਾਲ ਜਦੋਂ COVID-19 ਦੇ ਕਰਕੇ ਕੈਨੇਡਾ ਵਿੱਚ ਪਹਿਲੀ ਮੌਤ ਹੋਈ ਸੀ, ਤੇ ਉਸ ਤੋਂ ਬਾਅਦ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਹੁਣ ਐਲਾਨ ਵੀ ਕੀਤਾ ਗਿਆ ਕਿ 11 ਮਾਰਚ ਨੂੰ ਹਰ ਸਾਲ ਇਸ ਦਿਨ ਵਜੋਂ ਮਨਾਇਆ ਜਾਵੇਗਾ ਕਿ ਉਹਨਾਂ ਨੂੰ ਯਾਦ ਕੀਤਾ ਜਾਵੇ ਜਿਨ੍ਹਾਂ ਦੀਆਂ COVID-19 ਦੇ ਕਰਕੇ ਜਾਨਾਂ ਗਈਆਂ ਨੇ। ਤੁਸੀਂ ਉਸ 'ਤੇ ਕੀ ਕਹਿਣਾ ਚਾਹੁੰਦੇ? ਹਾਂਜੀ ਦੇਖੋ, ਬੜਾ ਇੱਕ ਦੁਨੀਆ ਦੇ ਵਿੱਚ ਇੱਕ ਸੈਂਚੁਰੀ ਬਾਅਦ ਇੱਦਾਂ ਵੱਡਾ ਪ੍ਰੋਬਲਮ ਆਇਆ, ਪੈਂਡੈਮਿਕ ਆਇਆ, ਔਰ ਉਹ ਜਦੋਂ ਪਹਿਲੀ ਡੈਥ ਜਦੋਂ ਕੈਨੇਡਾ ਦੇ ਵਿੱਚ ਹੋਈ, ਉਹ ਮੇਰੇ ਖਿਆਲ ਇੱਥੇ ਨਾਰਥ ਵੈਨਕੂਵਰ 'ਚ ਲਿਨ ਕੈਨੀਅਨ ਦੇ ਵਿੱਚ ਹੋਈ ਸੀਗੀ। ਇਹ ਉਦੋਂ ਇੱਕਦਮ ਅਲਰਟ ਹੋ ਗਿਆ ਹਾਈਐਸਟ ਲੈਵਲ ਤੱਕ। ਅਤੇ ਸਾਨੂੰ ਯਾਦ ਹੈ ਅਸੀਂ ਆਟਵਾ ਦੇ ਵਿੱਚ ਸੀਗੇ, ਉਸੇ ਹਫ਼ਤੇ ਦੇ ਵਿੱਚ ਵੀ ਸਾਰੇ ਸ਼ਟ ਡਾਊਨ ਹੋਣ ਲੱਗ ਪਏ ਸੀਗੇ। NBA, NFL, NHL ਹਾਕੀ ਟੀਮਾਂ ਕਰਨ ਲੱਗ ਪਈਆਂ ਸੀ। ਉਸ ਦੇ ਨਾਲ ਹੀ ਫੈਡਰਲ ਗਵਰਨਮੈਂਟ ਨੇ ਵੀ ਉਹ ਐਲਾਨ ਕਰ ਦਿੱਤਾ ਸੀਗਾ ਕਿ ਪਾਰਲੀਮੈਂਟ ਵੀ ਈਵਨ ਰਿਜ਼ੂਮ ਬ੍ਰੇਕ ਤੋਂ ਬਾਅਦ ਮੋਬਾਈਲ ਤਰੀਕੇ ਦੇ ਨਾਲ ਹੀ ਹੋਊਗਾ। ਸੋ ਸਾਰੀ ਵਰਲਡ ਹੀ ਉਸ ਵੇਲੇ ਉਸ ਤੋਂ ਬਾਅਦ ਸ਼ਟ ਡਾਊਨ। ਫਿਰ ਆਪਾਂ ਏਅਰ ਟਰੈਵਲ ਦੇਖੀ ਸੀ। ਔਰ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਬਹੁਤ ਸਾਰੇ ਵਿਅਕਤੀਆਂ ਨੇ ਇਸ ਬਿਮਾਰੀ ਨੂੰ ਇੰਡੋਰ ਕੀਤਾ, ਪਰ ਸਭ ਤੋਂ ਜਿਹੜੇ ਸੀਰੀਅਸ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਰਮਾਨੈਂਟ ਹੋਇਆ ਔਰ ਕਈਆਂ ਦੀ ਲਾਸ ਆਫ ਲਾਈਫ ਹੋਈ, ਉਹਨਾਂ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਇਹ ਕੋਈ ਲਾਈਟਲੀ ਨਹੀਂ ਟੇਕ ਕਰਨਾ ਚਾਹੀਦਾ। ਇਹ ਡਿਜ਼ੀਜ਼ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀਆਂ ਜਾਨਾਂ ਲਈਆਂ ਔਰ ਗਲੋਬਲੀ ਮਿਲੀਅਨਸ ਦੇ ਵਿੱਚ ਇਹ ਨੰਬਰਸ ਹੋਏ ਆ। ਸੋ ਸਾਨੂੰ ਉਹਨਾਂ ਦੀ ਯਾਦ ਹਮੇਸ਼ਾ ਰੱਖਣੀ ਚਾਹੀਦੀ। ਔਰ ਇਨ ਦਾ ਮੀਨ ਟਾਈਮ ਸਾਨੂੰ ਆਪਣੇ ਆਪ 'ਤੇ ਅਜੇ ਵੀ ਪਰਹੇਜ਼ ਰੱਖਣਾ ਚਾਹੀਦਾ ਕਿ ਅਸੀਂ ਮਾਸਕ ਪਾ ਕੇ, ਸੋਸ਼ਲ ਡਿਸਟੈਂਸਿੰਗ ਰੱਖ ਕੇ, ਕੰਮ ਜਿੰਨਾ ਮਿਨੀਮਮ ਬਾਹਰ ਇੰਟਰੈਕਸ਼ਨ ਘੱਟ ਕਰੀਏ, ਆਪਣੇ ਘਰ ਕੰਮ ਦੇ ਵਿੱਚ ਵੀ ਪਰਹੇਜ਼ ਰੱਖੀਏ, ਆਪਣੇ ਘਰਾਂ ਅਤੇ ਸਕੂਲਾਂ 'ਚ ਵੀ ਪਰਹੇਜ਼ ਰੱਖੀਏ, ਤਾਂ ਕਿ ਅਸੀਂ ਇਸ ਪੈਂਡੈਮਿਕ ਨੂੰ ਫਿਨਿਸ਼ ਕਰੀਏ, ਤਾਂ ਕਿ ਅਸੀਂ ਮੁੜ ਕੇ ਆਪਣੀ ਸੇਫਟੀ ਸੁਰੱਖਿਅਤ ਤੌਰ 'ਤੇ ਆਪਾਂ ਖੁਸ਼ਹਾਲ ਮੁਲਕ ਦੇ 'ਚ ਰਹਿ ਕੇ ਆਪਣੀ ਇਕੋਨਮੀ ਨੂੰ ਵਧਾਈਏ। ਇਸ ਦੇ ਨਾਲ ਹੀ ਅਗਲਾ ਮੈਂ ਟੌਪਿਕ ਗੱਲ ਕਰਨਾ ਚਾਹੁੰਦੀ ਹਾਂ ਕਿ ਜੋ ਕੈਨੇਡੀਅਨ ਮਿਲਟਰੀ ਦੇ ਵਿੱਚ ਸੈਕਸ਼ੁਅਲ ਮਿਸਕੰਡਕਟ ਨਾਲ ਸੰਬੰਧਿਤ ਜੋ ਫਾਰਮਰ ਚੀਫ ਆਫ ਸਟਾਫ ਹੈ ਉੱਤੇ ਇਲਜ਼ਾਮ ਲੱਗੇ ਤੇ ਇਹ ਚੱਲ ਰਿਹਾ ਹੈ ਮਾਮਲਾ ਜਾਂਚ ਦਾ, ਤੇ ਉਸ ਦੇ ਵਿੱਚ ਹੁਣ ਕੰਜ਼ਰਵੇਟਿਵਸ ਦੇ ਵੱਲੋਂ ਵੀ ਮੰਗ ਕੀਤੀ ਜਾਣ ਲੱਗੀ ਹੈ ਕਿ ਇਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਹਰਜੀਤ ਸਿੰਘ ਸੱਜਣ ਦੇ ਵਾਸਤੇ ਟੈਸਟੀਫਾਈ ਹੋਣ ਦੀ ਉਹਨਾਂ ਦੀ ਗੱਲ ਕਹੀ ਜਾ ਰਹੀ ਹੈ ਕਿ ਉਹਨਾਂ ਨੂੰ ਪਹਿਲਾਂ ਕਦੋਂ ਪਤਾ ਲੱਗ ਗਿਆ ਸੀ ਇਸ ਮਾਮਲੇ ਬਾਰੇ, ਤੇ ਫਿਰ ਉਸ ਦੇ ਉੱਤੇ ਪੁੱਛਿਆ ਜਾਵੇ। ਤੇ ਫਿਰ ਤੁਸੀਂ ਇਸ ਦੇ ਉੱਤੇ ਕੀ ਆਪਣਾ ਪ੍ਰਤੀਕਰਮ ਦੇਣਾ ਚਾਹੁੰਦੇ? ਸ਼ੋਰ ਦੇਖੋ, ਸਾਡੇ ਮਿਨਿਸਟਰ ਸੱਜਣ ਉਹਨਾਂ ਨੇ ਬੜਾ ਕਲੀਅਰਲੀ ਦੱਸਿਆ ਕਿ ਉਹਨਾਂ ਨੂੰ ਕੋਈ ਫਾਰਮਲ ਕੰਪਲੇਂਟ ਕਦੇ ਨਹੀਂ ਪਹਿਲਾਂ ਆਈ, ਔਰ ਉਹਨੇ ਹਰ ਇੱਕ ਵਾਰੀ ਜਦੋਂ ਵੀ ਕੋਈ ਕੰਪਲੇਂਟ ਆਉਂਦੀ ਆ ਉਹ ਮਿਨਿਸਟਰ ਨੂੰ ਨਹੀਂ ਆਉਣੀ ਚਾਹੀਦੀ ਆ। ਮੈਂ ਤੁਸੀਂ ਅੱਗੇ ਆਪਾਂ ਨੂੰ LMI ਦੀ ਵੀ ਗੱਲ ਕੀਤੀ, ਸਾਡੇ ਕੋਲ ਫਾਰਮਲ ਚੈਨਲਸ ਹੈਗੇ ਆ ਜਿਹਦੇ ਵਿੱਚ ਕੰਪਲੇਂਟ, ਸਾਡਾ ਫਰਜ਼ ਹੁੰਦਾ ਆਲਵੇਜ਼ ਦੱਸਣਾ ਵੀ ਆਹ ਚੈਨਲ ਦੇ ਥਰੂ ਕੰਪਲੇਂਟ ਕਰੋ। ਆਹ ਚੈਨਲ ਦੇ ਵਿੱਚ ਕੈਨੇਡਾ ਦੇ ਵਿੱਚ ਖਾਸ ਕਰਕੇ ਜਿਹੜਾ ਸਾਡਾ ਲੀਗਲ ਸਿਸਟਮ ਹੈ, ਚਾਹੇ ਉਹ ਆਰਬਿਟਰੇਸ਼ਨ ਜਾਂ ਕੰਪਲੇਂਟ ਸਿਸਟਮ ਹੈ, ਇਮੀਗ੍ਰੇਸ਼ਨ ਸਿਸਟਮ ਹੈ, ਅਤੇ ਚਾਹੇ ਉਹ ਸਾਡਾ ਲੀਗਲ ਸਿਸਟਮ ਹੈ, ਕ੍ਰਿਮੀਨਲ ਸਿਸਟਮ, ਇਹਦੇ ਵਿੱਚ ਸਾਰੇ ਦੇ ਵਿੱਚ ਚੈਨਲ ਬਣੇ ਆ ਤਾਂ ਕਿ ਪੋਲੀਟੀਸ਼ੀਅਨ ਡਾਇਰੈਕਟਲੀ ਨਹੀਂ ਇਨਵੋਲਵ ਹੁੰਦੇ ਆ। ਸੋ ਉਸ ਦੇ ਵਿੱਚ ਮਿਨਿਸਟਰ ਸੱਜਣ ਹੋਣਾ ਨੇ ਕਿਹਾ ਕਿ ਮੈਂ ਹਮੇਸ਼ਾ ਇਹੀ ਡਾਇਰੈਕਟ ਕੀਤਾ ਕਿ ਤੁਸੀਂ ਜਿਹੜੇ ਪ੍ਰੋਪਰ ਚੈਨਲਸ ਆ ਉਹਦੇ ਵਿੱਚ ਦੀ ਜਾ ਕੇ ਤਾਂ ਸਾਨੂੰ ਰਿਪੋਰਟ ਲੈ ਕੇ ਆਓ, ਤਾਂ ਅਸੀਂ ਉਹਦੇ ਉੱਤੇ ਕਾਰਵਾਈ ਕਰਾਂਗੇ। ਔਰ ਹੁਣ ਉਹਨੇ ਆਪ ਵੀ ਕਿਹਾ ਕਿ ਉਹ ਮੋਰ ਦੈਨ ਵੈਲਕਮ ਹੈ ਕਿ ਦੁਬਾਰਾ ਵੀ ਆਪਣੀ ਕਮੇਟੀ ਦੇ ਵਿੱਚ ਪੇਸ਼ ਹੋਣ ਨੂੰ, ਔਰ ਜਿੰਨੇ ਵੀ PMO ਦੇ ਸਟਾਫ ਰਿਹਾ ਜੇ ਉਹਨਾਂ ਨੂੰ ਵੀ ਜਾਣਾ ਪਊਗਾ, ਉਹਨੇ ਵੀ ਕੀਤਾ ਇਹ ਵਾਅਦਾ ਕਿ ਅਸੀਂ ਆਪਣੀ ਸਪਸ਼ਟੀ ਕਰਾਂਗੇ। ਔਰ ਜਿਵੇਂ ਉਹਨੇ ਅੱਜ ਦੱਸਿਆ
ਦੱਸਿਆ ਕੁਐਸਚਨ ਪੀਰੀਅਡ ਦੇ ਵਿੱਚ ਕਿ ਉਹਨਾਂ ਦੇ ਚੀਫ ਆਫ ਸਟਾਫ ਨੇ ਉਸੇ ਦਿਨ ਨੈਕਸਟ ਡੇ ਫਾਲੋ ਅਪ ਵੀ ਈਮੇਲ ਕੀਤੀ ਕਿ ਤੁਸੀਂ ਆ ਪ੍ਰੋਪਰ ਚੈਨਲ ਦੇ ਵਿੱਚ ਆ ਕੰਪਲੇਂਟ ਨੂੰ ਲੈ ਕੇ ਜਾਓ। ਸੋ ਇਹਦੇ ਉੱਤੇ ਸਾਡੀ ਗਵਰਨਮੈਂਟ ਦਾ ਆਲਵੇਜ਼ ਬੜਾ ਵੂਮਨਸ ਰਾਈਟਸ ਦੇ ਉੱਤੇ ਜਿੱਥੇ ਹੈਗਾ ਫੇਅਰ ਵਰਕ এনवायरमेंट ਦੇ ਵਿੱਚ ਹਰਾਸਮੈਂਟ ਫ੍ਰੀ ਵਰਕ এনवायरमेंट ਵਾਸਤੇ ਅਸੀਂ ਕਮਿਟਡ ਆ। ਅਸੀਂ ਈਵਨ ਪਾਲਿਸੀ ਵੀ ਮਿਲਟਰੀ ਦੇ ਵਿੱਚ ਬਣਾਈ ਆ। ਹਾਂ, ਉਹਨੂੰ ਇੰਪਲੀਮੈਂਟ ਕਰਨਾ ਹਜੇ ਜ਼ੋਰ ਲੱਗੂਗਾ, ਟਾਈਮ ਲੱਗੂਗਾ, ਸਾਰਿਆਂ ਦੀ ਐਫਰਟ ਲੱਗੂਗੀ ਕਿਉਂਕਿ ਇੱਕ ਕਲਚਰ ਨੂੰ ਚੇਂਜ ਕਰਨਾ ਓਵਰਨਾਈਟ ਨਹੀਂ ਹੁੰਦਾ। ਪਰ ਮਿਨਿਸਟਰ ਸੱਜਣ ਪੂਰੇ ਕਮਿਟਡ ਹੈਗੇ ਆ ਕਿ ਇਹ ਕਲਚਰ ਨੂੰ ਚੇਂਜ ਕਰਨਗੇ। ਤੇ ਅੰਤ ਵਿੱਚ ਜਿਹੜਾ ਕੈਨੇਡਾ ਸਰਕਾਰ ਵੱਲੋਂ ਤਾਜ਼ਾ ਜੋ ਵੀ ਐਲਾਨ ਕੀਤੇ ਜਾ ਰਹੇ ਨੇ, ਜੋ ਮਤੇ ਪੇਸ਼ ਹੋ ਰਹੇ ਨੇ, ਉਸ ਦੇ ਬਾਰੇ ਮੇਰੇ ਤੋਂ ਕੁਝ ਪੁੱਛਣ ਤੋਂ ਰਹਿ ਗਿਆ ਹੋਵੇ, ਕੋਈ ਜ਼ਰੂਰੀ ਗੱਲ ਤੁਸੀਂ ਦੱਸਣਾ ਚਾਹੋਗੇ? ਨਹੀਂ, ਦੇਖੋ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਕੰਸਲਟੇਸ਼ਨਾਂ ਅਸੀਂ ਚੱਲ ਰਹੀਆਂ ਕਿ ਬਜਟ ਨੂੰ ਦੇ ਵਾਸਤੇ ਰਿਕਵਰੀ ਵਾਸਤੇ ਕੀ ਹੋਣਾ ਚਾਹੀਦਾ। ਜਿੱਥੇ ਵੈਕਸੀਨ ਦੀ ਗੱਲ ਆ ਰਹੀ ਆ, ਆਪਾਂ ਬਹੁਤ ਸਕਸੈਸਫੁਲ ਹੈਗੇ ਆ। 1 ਮਿਲੀਅਨ ਵੈਕਸੀਨ ਜਿਸ ਲਾਸਟ ਵੀਕ ਆਏ ਆ। ਹੁਣ ਕਲੀਨਿਕਾਂ ਦਾ ਵੀ ਐਲਾਨ ਹੋ ਗਿਆ ਕਿੱਥੇ ਕਿੱਥੇ ਸਾਡੇ ਸਰੀ ਦੇ ਵਿੱਚ ਜਾਂ BC ਦੇ ਵਿੱਚ ਤੁਸੀਂ ਕਿੱਥੇ ਕਿੱਥੇ ਆਪਣੇ ਵੈਕਸੀਨੇਸ਼ਨਾਂ ਕਰਾ ਸਕਦੇ ਆ। ਉਹ ਲੋਕੇਸ਼ਨਾਂ ਔਰ ਟੈਲੀਫੋਨ ਨੰਬਰ ਉਹ ਵੀ ਓਬਵੀਅਸਲੀ ਓਵਰਵੈਲਮ ਹੋ ਗਏ, ਅੱਜ ਪਹਿਲੇ ਦਿਨ ਖੁੱਲ੍ਹੇ ਆ। ਪਰ ਉਹਨਾਂ ਦੇ ਵਿੱਚ ਵੀ ਤੁਸੀਂ ਆਪਣੇ ਜਿੱਦਾਂ ਜਿੱਦਾਂ ਸਰਕਾਰ BC ਸਰਕਾਰ ਨੇ ਦੱਸਣਾ ਸਾਨੂੰ ਕਿਹੜਾ ਏਜ ਗਰੁੱਪ ਜਾਂ ਕਿਹੜਾ ਡੈਮੋਗ੍ਰਾਫਿਕ ਆ ਕੇ ਰਜਿਸਟਰ ਕਰੇ, ਉਹ ਉਹਨਾਂ ਕਲੀਨਿਕਾਂ ਦੇ ਵਿੱਚ ਔਰ ਉਸ ਤੋਂ ਬਾਅਦ ਮੇਰੇ ਖਿਆਲ ਫਾਰਮੇਸੀਆਂ ਦੇ ਵਿੱਚ ਵੀ ਜਾ ਕੇ ਵੈਕਸੀਨ ਲਵਾਉਣਗੇ। ਇਹਦੇ ਨਾਲ ਸਾਡੀ ਆਸ ਹੈ ਕਿ ਜਿਵੇਂ BC ਗਵਰਨਮੈਂਟ ਦੱਸਿਆ ਕਿ ਮਈ ਤੱਕ ਤਕਰੀਬਨ ਹਰ ਇੱਕ ਵਿਅਕਤੀ ਇਸ ਸੂਬੇ ਦੇ ਵਿੱਚ ਜੋ ਚਾਹੁੰਦਾ ਇਹ ਵੈਕਸੀਨ ਲਵਾਉਣ ਨੂੰ, ਉਹ ਐਟਲੀਸਟ 1 ਸ਼ਾਟ ਮਈ ਤੱਕ ਹੋ ਜਾਊਗਾ। ਉਹਦੇ ਨਾਲ ਤੁਸੀਂ ਦੇਖਦੇ ਆ ਕਿ US ਦੇ ਵਿੱਚ ਵੀ ਮੁੜ ਕੇ ਜਿਹੜੀ ਆ ਇਕੋਨਮੀ ਉਹ ਖੁੱਲ੍ਹਣ ਲੱਗ ਪਈ ਆ। ਫਿਰ ਇੰਸਟਰਕਸ਼ਨਸ ਤੁਹਾਨੂੰ ਗੈਦਰਿੰਗਸ ਦੇ ਇਜਾਜ਼ਤ ਮਿਲਦੀ ਜਾਂਦੀ ਆ। ਉਹ ਆਸ ਅਸੀਂ ਕਰਦੇ ਕਿ ਆਉਣ ਵਾਲੇ ਹਫ਼ਤਿਆਂ ਔਰ ਮਹੀਨਿਆਂ ਦੇ ਵਿੱਚ ਇਹ ਇੱਥੇ BC ਦੇ ਵਿੱਚ ਵੀ ਇਸੇ ਤਰ੍ਹਾਂ ਹੋਊਗਾ। ਯਾਨੀ ਕਿ ਆਉਣ ਵਾਲੇ ਸਮੇਂ ਵਿੱਚ ਮੁੜ ਤੋਂ ਇਕੋਨੋਮੀ ਖੁੱਲ੍ਹਣ ਦੀ ਉਮੀਦ ਕੀਤੀ ਜਾ ਸਕਦੀ ਹੈ ਛੇਤੀ। ਬਿਲਕੁਲ, ਜਦੋਂ ਅਸੀਂ ਕੋਵਿਡ ਨੰਬਰਸ ਡਾਊਨ ਲਾਈਏ ਤਾਂ ਵੈਕਸੀਨੇਸ਼ਨ ਨੰਬਰ ਅਪ ਲਾਈਏ, ਉਸ ਤੋਂ ਬਾਅਦ ਅਸੀਂ ਆਸ ਰੱਖਦੇ ਕਿ ਅਸੀਂ ਫੇਰ ਵੀ ਸਾਨੂੰ ਖਿਆਲ ਰੱਖਣਾ ਪੈਣਾ, ਪਰ ਅਸੀਂ ਐਟਲੀਸਟ ਅਲਾਟ ਮੋਰ ਜਿਹੜੀ ਐਕਟੀਵਿਟੀਜ਼ ਆ ਉਹ ਕਰ ਸਕਾਂਗੇ। ਥੈਂਕ ਯੂ ਸੋ ਮਚ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਆਪਣਾ ਸਮਾਂ ਦੇ ਕੇ ਜਾਣਕਾਰੀ ਦੇਣ ਲਈ। ਥੈਂਕ ਯੂ ਤੁਹਾਡੇ ਸਾਰੇ ਸਰੋਤਿਆਂ ਨੂੰ। ਜਿਵੇਂ ਕਿ ਤੁਸੀਂ ਸੁਣਿਆ, MP ਰਣਦੀਪ ਸਰਾਏ ਦੇ ਵੱਲੋਂ ਵੱਖੋ ਵੱਖਰੇ ਵਿਸ਼ਿਆਂ ਦੇ ਬਾਰੇ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਜੋ ਸਵਾਲ ਪੁੱਛੇ ਗਏ ਨੇ, ਉਮੀਦ ਹੈ ਇਹ ਜਾਣਕਾਰੀ ਤੁਹਾਡੇ ਲਈ ਮਦਦਗਾਰ ਸਾਬਤ ਹੋਵੇਗੀ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।